ਨਾਨਕ ਸਿੰਘ ਦਾ ਨਾਵਲ ਧੁੰਦਲੇ ਪਰਛਾਵੇਂ ਦਾ ਤੀਸਰਾ ਹਿੱਸਾ ਪਹਿਲਾ ਅੰਕ। ਕਿੰਨੀ ਅਨੋਖੀ ਛਪਨ ਛੋਤ ਹੈ ਭਾਗਾਂ ਦੀ। ਇੱਕ ਪਾਸੇ ਤਾਂ 3 ਸਾਲਾਂ ਦੀ ਨਗਰ ਯਾਤਰਾ ਤੋਂ ਬਾਅਦ ਸੁਭੱਦਰਾ ਮੁੜ ਦਿੱਲੀ 'ਚ ਆ ਕੇ ਆਪਣੀ ਇੱਜ਼ਤ ਨੂੰ ਚਾਂਦੀ ਦੇ ਧੜਿਆਂ ਨਾਲ ਤੋਲ ਕੇ ਵੇਚ ਰਹੀ ਸੀ। ਦੂਜੇ ਪਾਸੇ ਇਹਨਾਂ ਹੀ ਦਿਨਾਂ 'ਚ ਰਤਨਾ ਤੇ ਰਮਿੰਦਰ ਉਸ ਲਈ ਸੁਲੱਖਣੇ ਸੁਨੇਹੇ ਲੈ ਕੇ ਇਸੇ ਦਿੱਲੀ ਦੇ ਗਲੀ ਕੂਚੇ 'ਚ ਉਹਨੂੰ ਭਾਲਦੇ ਫਿਰਦੇ ਸੀ। ਅੱਗੇ ਹੋਣੀ ਦਾ ਬੇਰਹਿਮ ਹੱਥ ਸੁਭੱਦਰਾ ਨੂੰ ਗੰਦਗੀ 'ਚ ਘਸੀਟੀ ਫਿਰਦਾ ਸੀ। ਪਿੱਛੇ ਭਾਗ ਦਾ ਦੇਵਤਾ ਹੱਥ 'ਚ ਪੁਸ਼ਪ ਮਾਲਾ ਫੜੀ ਉਹਨੂੰ ਪੁਕਾਰਦਾ ਆ ਰਿਹਾ ਸੀ। ਪਰ ਕਿਸੇ ਅਦਿੱਖ ਸ਼ਕਤੀ ਦਾ ਪਰਦਾ ਇਹਨਾਂ ਦੋਨਾਂ ਹੱਥਾਂ ਵਿਚਾਲੇ ਖੜਾ ਸੀ, ਜਿਹੜਾ ਇੱਕ ਦੂਜੇ ਦੇ ਨੇੜੇ ਨਹੀਂ ਸੀ ਆਉਣ ਦਿੰਦਾ। ਰਮਿੰਦਰ ਤੇ ਰਤਨਾ ਅੰਮ੍ਰਿਤਸਰੋਂ ਫਰੰਟੀਅਰ ਮੇਲ 'ਤੇ ਸਵਾਰ ਹੋ ਕੇ ਦੂਜੇ ਦਿਨ ਦਿੱਲੀ ਪਹੁੰਚ ਗਏ। ਦਿੱਲੀ ਵਰਗੇ ਗਹਿਮਾ ਗਹਿਮ ਵਸਦੇ ਸ਼ਹਿਰ 'ਚ, ਜਿੱਥੇ ਬਿਨਾਂ ਥਹੁ ਪਤੇ ਤੋਂ ਕਿਸੇ ਵੱਡੇ ਰਾਣੀ ਖਾਂ ਦਾ ਘਰ ਲੱਭਣਾ ਵੀ ਅਨਹੋਣੀ ਦੇ ਬਰਾਬਰ ਹੈ, ਕਿਸੇ ਗੁੰਮਨਾਮ ਵਿਅਕਤੀ ਦਾ ਪਤਾ ਕੱਢਣਾ ਕਿੰਨਾ ਕੁ ਔਖਾ ਹੋਏਗਾ। ਫਿਰ ਅਜਿਹਿਆਂ ਵਿਅਕਤੀਆਂ ਦਾ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਕਦੇ ਇਸ ਸ਼ਹਿਰ 'ਚ ਪ੍ਰਵੇਸ਼ ਕੀਤਾ ਸੀ। ਦਿੱਲੀ ਪਹੁੰਚ ਕੇ ਦੋਹਾਂ ਨੇ ਰਾਇਲ ਹੋਟਲ ਦੀ ਉਤਲੀ ਮੰਜ਼ਿਲ 2 ਕਮਰੇ ਲੈ ਕੇ ਉਤਾਰਾ ਕੀਤਾ। ਕਮਰੇ ਦੋਵੇਂ ਨਾਲੋਂ ਨਾਲ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਸਾਂਝਾ ਬੂਹਾ ਵੀ ਸੀ, ਜਿਹਨੂੰ ਖੋਲ੍ਹ ਦਈਏ ਤਾਂ ਦੋਹਾਂ ਦਾ ਇੱਕ ਕਮਰਾ ਬਣ ਜਾਂਦਾ ਸੀ। ਇਹਨਾਂ ਕਮਰਿਆਂ ਦੇ ਲਾਗਿਓਂ ਹੀ ਵਲਦਾਰ ਪੌੜੀਆਂ ਉੱਪਰਲੀ ਛੱਤ ਨੂੰ ਜਾਂਦੀਆਂ ਸਨ। ਉੱਪਰ ਹੋਰ ਕੋਈ ਮੰਜ਼ਿਲ ਨਹੀਂ ਸੀ। ਚੌੜੀ ਮੋਕਲੀ ਛੱਤ ਦੇ ਜੰਗਲੇਦਾਰ ਬਨੇਰਾ ਵਲਿਆ ਹੋਇਆ ਸੀ। ਇੱਕ ਪਾਸੇ ਦੀ ਬਾਰੀ ਉੱਤੇ ਇੱਕ ਲੰਮੀ ਬਰਸਾਤੀ 'ਚ ਕਈ ਛੋਟੇ ਕਮਰੇ ਸਨ, ਜਿਹੜੇ ਸ਼ਾਇਦ ਗਰਮੀਆਂ ਦੇ ਵਰਤਣ ਲਈ ਹੋਣਗੇ। ਅੱਜ ਕੱਲ੍ਹ ਮੱਘਰ ਦੀ ਸਰਦੀ ਕਰਕੇ ਸਾਰੇ ਖਾਲੀ ਪਏ ਸੀ। ਕੱਲ੍ਹ ਦੀ ਰਾਤ ਦੇ ਅੱਜ ਦਾ ਦਿਨ ਇਹਨਾਂ ਦੋਹਾਂ ਦਾ ਬੜਾ ਬੇਆਰਾਮੀ 'ਚ ਬੀਤਿਆ ਸੀ। ਰਾਤ ਰੇਲ ਦੇ ਸਫ਼ਰ 'ਚ ਤੇ ਦਿਹਾੜੀ ਰਿਹਾਇਸ਼ ਦੇ ਪ੍ਰਬੰਧ ਲਈ ਨੱਠੋ ਭੱਜੀ 'ਚ ਬੀਤ ਗਈ। ਇਸ ਕਰਕੇ ਰਮਿੰਦਰ ਦੀ ਤਬੀਅਤ ਇਸ ਵੇਲੇ ਕੁਝ ਸੁਸਤ ਹੋ ਗਈ ਸੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਜਦ ਰਮਿੰਦਰ ਆਪਣੇ ਮੰਜੇ 'ਤੇ ਲੰਮੀ ਪਈ ਤਾਂ ਇੱਕ ਵਾਰ ਫੇਰ ਨਵੇਂ ਸਿਰਿਓਂ ਆਪਣੇ ਇਸ ਚੁੱਕੇ ਹੋਏ ਕਦਮ ਬਾਰੇ ਪੜਚੋਲ ਕਰਨ ਲੱਗੀ ਤੇ ਹੁੰਦਿਆਂ ਉਹ ਇਸ ਠਿਕਾਣੇ ਜਾ ਪੁੱਜੀ ਕਿ ਰਤਨੇ ਵਰਗੇ ਇੱਕ ਬਿਲਕੁਲ ਓਪਰੇ ਗੱਭਰੂ ਨਾਲ ਇਸ ਤਰ੍ਹਾਂ ਇਕੱਲਿਆਂ ਸਫ਼ਰ ਕਰਕੇ ਉਹਨੇ ਚੰਗਾ ਨਹੀਂ ਕੀਤਾ। ਅੰਮ੍ਰਿਤਸਰੋਂ ਟੁਰਨ ਲੱਗਿਆਂ ਉਹਦੇ ਅੰਦਰ ਜਿਹੜਾ ਇਹ ਹੌਸਲਾ ਸੀ ਕਿ ਉਹ ਰਤਨੇ ਦੀ ਮਾਂ ਤੇ ਭੈਣ ਨੂੰ ਜ਼ਰੂਰ ਲੱਭ ਲਿਆਏਗੀ, ਇਸ ਵੇਲੇ ਉਹਨੂੰ ਖਾਮ ਖਿਆਲੀ ਜਿਹੀ ਜਾਪਣ ਲੱਗੀ। ਦਿੱਲੀ ਵੇਖਣ ਦਾ ਉਸ ਲਈ ਇਹ ਪਹਿਲਾ ਹੀ ਮੌਕਾ ਸੀ। ਭਾਵੇਂ ਜੋਗਰਾਫੀ ਤੇ ਇਤਿਹਾਸ ਦੀ ਪੂਰੀ ਜਾਣਕਾਰ ਹੋਣ ਕਰਕੇ ਉਹ ਦਿੱਲੀ ਦੀ ਵਿਸ਼ਾਲਤਾ ਤੋਂ ਅਣਜਾਣ ਨਹੀਂ ਸੀ। ਫਿਰ ਵੀ ਇੱਥੇ ਆ ਕੇ ਇੱਥੋਂ ਦੇ ਹੜ੍ਹ ਵਰਗੇ ਭੀੜ ਭੜੱਕੇ ਨੂੰ ਵੇਖ ਕੇ ਉਹ ਘਬਰਾ ਉੱਠੀ। ਇਹੋ ਕਾਰਨ ਹੈ ਕਿ ਇਸ ਵੇਲੇ ਉਹਦਾ ਦਿਲ ਪੁਕਾਰ ਕੇ ਕਹਿ ਰਿਹਾ ਸੀ, ਰਮਿੰਦਰ, ਜਿਨ੍ਹਾਂ ਨੂੰ ਢੂੰਡਣ ਲਈ ਤੂੰ ਇੱਥੇ ਆਈ ਹੈ, ਉਹ ਤੈਨੂੰ 24 ਵਰ੍ਹਿਆਂ 'ਚ ਵੀ ਨਹੀਂ ਲੱਭ ਸਕਣਗੇ। ਇਸ ਵੇਲੇ ਰਮਿੰਦਰ ਪਛਤਾ ਰਹੀ ਸੀ ਕਿ ਜੇ ਉਹਦੀ ਭਾਲ ਅਸਫਲ ਰਹੀ ਤਾਂ ਵਿਚਾਰੇ ਰਤਨੇ ਦਾ ਕੀ ਬਣੇਗਾ। ਕੀਕਰ ਉਹਦੇ ਦਿਲ ਦਾ ਗੁਆਚ ਚੁੱਕਾ ਸਬਰ ਕਰਾਰ ਉਹਨੂੰ ਮੁੜ ਪ੍ਰਾਪਤ ਹੋਏਗਾ। ਰਾਤ ਉਹਨੂੰ ਗੱਡੀ 'ਚ ਨੀਂਦਰ ਨਹੀਂ ਸੀ ਆ ਸਕੀ, ਨਾ ਹੀ ਦਿਨੇ ਸੌਣ ਦਾ ਮੌਕਾ ਮਿਲਿਆ ਸੀ, ਜਿਸ ਕਰਕੇ ਉਹਦਾ ਖਿਆਲ ਸੀ ਕਿ ਮੰਜੇ 'ਤੇ ਪੈਂਦੀ ਸੌਂ ਜਾਏਗੀ। ਪਰ ਉਹਨੂੰ ਨੀਂਦਰ ਨਾ ਆ ਸਕੀ। ਘੜੀ ਮੁੜੀ ਉਹਨੂੰ ਇਹੋ ਖਿਆਲ ਬਹੁਤ ਔਖੇ ਕਰ ਰਿਹਾ ਸੀ, ਜਿਸ ਉਦਾਰਤਾ ਦੀ ਮੈਂ ਰਤਨੇ ਪਾਸ ਫੜ ਮਾਰ ਬੈਠੀ ਹਾਂ, ਕਿ ਮੈਂ ਉਹਨੂੰ ਤੋੜ ਚੜ੍ਹਾ ਸਕਾਂਗੀ। ਫਿਰ ਉਹਨੂੰ ਆਪਣੀ ਪੜ੍ਹਾਈ ਦਾ ਖਿਆਲ ਆਇਆ, ਉਸ ਪੜ੍ਹਾਈ ਦਾ ਜਿਸ ਲਈ ਉਹ ਕੁਝ ਗਿਣਵੇਂ ਮਿੰਟ ਵੀ ਗੁਆਉਣਾ ਨਹੀਂ ਸੀ ਚਾਹੁੰਦੀ। 2 ਕੁ ਦਿਨਾਂ ਲਈ ਛੁੱਟੀ ਲੈ ਕੇ ਅੰਮ੍ਰਿਤਸਰ ਪਹੁੰਚਣਾ ਵੀ ਜਿਹਨੂੰ ਬਹੁਤ ਵੱਡਾ ਖਸਾਰਾ ਜਾਪਿਆ ਸੀ। ਇੱਕ ਵਾਰੀ ਇਸ ਘਾਟੇ ਦੇ ਖਿਆਲ ਨੇ ਉਹਨੂੰ ਘਬਰਾ ਦਿੱਤਾ। ਪਤਾ ਨਹੀਂ ਇਸ ਢੂੰਡ ਭਾਲ 'ਚ ਕਿੰਨਾ ਕੁ ਚਿਰ ਲੱਗ ਜਾਏ। ਉੱਚਰ ਤੱਕ ਮੈਂ ਪੜ੍ਹਾਈ 'ਚ ਖਬਰੇ ਕਿੰਨੀ ਪਛੜ ਜਾਵਾਂਗੀ। ਖਬਰੇ ਮੈਂ ਐਤਕੀ ਪਾਸ ਨਾ ਹੀ ਹੋ ਸਕਾਂ। ਜੇ ਫੇਲ ਹੋ ਗਈ ਤਾਂ ਕਿੰਨੀ ਨਮੋਸ਼ੀ ਹੋਏਗੀ। ਇਸੇ ਤਰ੍ਹਾਂ ਉਹਦੇ ਖਿਆਲ ਪੈਰੋਂ ਪੈਰ ਲਹਾਈ ਵੱਲ ਜਾਣੇ ਸ਼ੁਰੂ ਹੋ ਗਏ। ਅਖੀਰ ਉੱਥੇ ਜਾ ਪਹੁੰਚੇ ਜਿੱਥੇ ਦਿਲ ਢਾਹੂ ਸਿਥਲਤਾ ਤੇ ਲੱਕ ਤੋੜੂ ਨਿਰਬਲਤਾ ਤੋਂ ਛੁੱਟ ਕੁਝ ਵੀ ਨਹੀਂ ਸੀ। ਰਮਿੰਦਰ ਦਾ ਜੀਵਨ ਸ਼ੁਰੂ ਤੋਂ ਹੀ ਅਨੋਖਾ ਜਿਹਾ ਜੀਵਨ ਹੈ। ਪਿਆਰ ਦਾ ਜਜ਼ਬਾ ਉਹਦੇ ਅੰਦਰ ਵੀ ਆਪਣੇ ਹਾਣ ਦੀਆਂ ਕੁੜੀਆਂ ਨਾਲੋਂ ਕਿਤੇ ਵੱਧ ਮੌਜੂਦ ਹੈ। ਪਰ ਇਹ ਜਜ਼ਬਾ ਸ਼ੁਰੂ ਤੋਂ ਹੀ ਉਹਨੇ ਆਪਣੀ ਨਿੱਕੀ ਜਿਹੀ ਹਿੱਕੜੀ ਵਿੱਚ ਬੜਾ ਸੰਭਾਲ ਬਚਾ ਕੇ ਰੱਖਿਆ ਹੋਇਆ ਹੈ। ਉਹਨੇ ਅੱਜ ਤੀਕ ਇਸ ਪਾਸੇ ਕਦੇ ਖਿਆਲ ਨਹੀਂ ਕੀਤਾ ਕਿ ਉਹਦਾ ਇਹ ਜਜ਼ਬਾ ਕਿਸੇ ਗੱਭਰੂ ਦੇ ਚਰਨਾਂ ਉੱਤੇ ਨਿਛਾਵਰ ਕਰਨ ਲਈ ਹੈ। ਅਸਲ 'ਚ ਉਹ ਸਜਣੀ ਜਾਂ ਮਹਿਬੂਬਾ ਬਣ ਕੇ ਪਿਆਰ ਨੂੰ ਸਸਤੇ ਭਾਅ ਲੁਟਾਉਣਾ ਨਹੀਂ ਸੀ ਚਾਹੁੰਦੀ। ਸਗੋਂ ਇਹੋ ਜਿਹੀਆਂ ਸਜਣੀਆਂ ਤੇ ਮਸ਼ੂਕਾਂ ਨੂੰ ਸਦਾ ਹੀ ਉਹ ਮਖੌਲ ਤੇ ਨਫ਼ਰਤ ਨਾਲ ਪੜਚੋਲਿਆ ਕਰਦੀ ਸੀ। ਉਹ ਹਰ ਇਸਤਰੀ 'ਚ ਬਹਾਦਰਾਨਾ ਦਿਲ ਵੇਖਣ ਦੀ ਚਾਹਵਾਨ ਸੀ। ਉਹਦੀਆਂ ਖਾਬਾਂ ਉਚੇਰੀਆਂ ਤੇ ਕੁਝ ਅਨੋਖੀਆਂ ਵੀ ਸਨ। ਇਹੋ ਕਾਰਨ ਹੈ ਕਿ ਪੜ੍ਹਾਈ ਦੇ ਦਿਨੀਂ ਕਈ ਮਨਚਲੇ ਨੌਜਵਾਨਾਂ ਨੇ ਉਹਦੇ ਜੀਵਨ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਅੱਜ ਤੀਕ ਕਿਸੇ ਨੂੰ ਕੋਈ ਬਾਰੀ ਝਰਨਾ ਛੱਡ ਕੇ ਮਾੜੀ ਜਿਹੀ ਝੀਤ ਵੀ ਨਾ ਲੱਭੀ।
ਜਿਸ ਥਾਣੀ ਉਹ ਇਹਦੇ ਅੰਦਰ ਦਾਖਲ ਹੋ ਸਕਦੇ। ਉਂਝ ਰਮਿੰਦਰ ਆਪਣੀ ਕਲਾਸ ਫੈਲੋ ਨੌਜਵਾਨਾਂ ਦਾ ਬੜਾ ਆਦਰ ਕਰਦੀ ਸੀ, ਜਿਹੜਾ ਕਿ ਉਹਨਾਂ ਨੂੰ ਦੂਸਰੀਆਂ ਮਗਰੂਰ ਕੁੜੀਆਂ ਪਾਸੋਂ ਕਦੇ ਘੱਟ ਹੀ ਪ੍ਰਾਪਤ ਹੋਇਆ ਸੀ। ਅਤੇ ਇਸੇ ਆਦਰ ਨੂੰ ਉਹ ਲੋਕ ਕਈ ਵਾਰੀ ਰਮਿੰਦਰ ਦੀ ਰੋਮਾਂਟਿਕ ਰੁਚੀ ਖਿਆਲ ਕਰਕੇ ਉਸ ਵੱਲ ਵਧਣ ਦੀ ਕੋਸ਼ਿਸ਼ ਕਰਦੇ ਸਨ। ਪਰ ਰਮਿੰਦਰ ਨੂੰ ਜਿਉਂ ਹੀ ਉਹਨਾਂ ਦੇ ਦੀਵਾਨੇਪਣ ਦਾ ਅਹਿਸਾਸ ਹੁੰਦਾ, ਉਹ ਇੱਕਦਮ ਪਿਛਾਂਹ ਮੁੜ ਪੈਂਦੀ। ਕਾਲਜ ਦੇ ਮੁੰਡਿਆਂ ਨੂੰ ਇਹ ਕੁੜੀ ਨਿਰੀ ਪੁਰੀ ਇੱਕ ਬੁਝਾਰਤ ਜਿਹੀ ਮਾਲੂਮ ਹੁੰਦੀ ਸੀ, ਜਿਹਨੂੰ ਬੁੱਝਣ ਲਈ ਉਹ ਸਿਰ ਪਟਕ ਕੇ ਰਹਿ ਜਾਂਦੇ। ਪਰ ਰਮਿੰਦਰ ਸੀ ਕਿ ਉਹਦੇ ਦਿਲੀ ਭੇਦਾਂ ਨੂੰ ਅੱਜ ਤੱਕ ਕੋਈ ਨਾ ਪਾ ਸਕਿਆ। ਅਖੀਰ ਉਹ ਖਿਜੇ ਹੋਏ ਦਿਲ ਨਾਲ ਸੋਚਦੇ, ਇਹ ਕੁੜੀ ਆਖਰ ਚਾਹੁੰਦੀ ਕੀ ਹੈ? ਕਿਹੋ ਜਿਹੇ ਪ੍ਰੇਮੀ ਦੀ ਇਹਨੂੰ ਲੋੜ ਹੈ? ਮੁੰਡੇ ਤਾਂ ਮੁੰਡੇ ਰਹੇ, ਉਹਦੀਆਂ ਸਾਥੀ ਕੁੜੀਆਂ ਵੀ ਉਹਦੇ ਦਿਲ ਦੇ ਕਵਾਰਪਣੇ ਨੂੰ ਛੋਹ ਨਹੀਂ ਸਨ ਸਕੀਆਂ। ਨਿਰੀ ਗੰਭੀਰਤਾ ਦੀ ਤਸਵੀਰ ਬਣੀ ਰਹਿੰਦੀ ਸੀ ਇਹ ਕੁੜੀ। ਅੱਜ ਇਸ ਵੇਲੇ ਜਦ ਕਿ ਕੁਝ ਦਿਨਾਂ ਲਈ ਪੜ੍ਹਾਈ ਦਾ ਝਮੇਲਾ ਉਹਦੇ ਸਿਰ ਤੋਂ ਟਲਿਆ ਹੋਇਆ ਸੀ, ਖਿਆਲਾਂ ਹੀ ਖਿਆਲਾਂ 'ਚ ਜਦੋਂ ਆਪਣੇ ਮਨ ਦੀ ਧੁਰ ਹੇਠਲੀ ਸਤ੍ਹਾ ਤੀਕ ਜਾ ਪਹੁੰਚੀ ਤਾਂ ਉੱਥੇ ਉਹਨੂੰ ਅੱਜ ਇੱਕ ਨਵੀਂ ਚੀਜ਼ ਦਾ ਆਭਾਸ ਹੋਇਆ। ਨਿੱਕੀ ਜਿਹੀ, ਬਹੁਤ ਹੀ ਬੇਮਲੂਮੀ ਜਿਹੀ ਇੱਕ ਚੀਜ਼ ਉਹਦੀ ਦ੍ਰਿਸ਼ਟੀ ਗੋਚਰ ਹੋਈ। ਉਹ ਚੀਜ਼ ਜਿਹੜੀ ਇਸ ਤੋਂ ਪਹਿਲਾਂ ਉਹਦੇ ਜੀਵਨ 'ਚ ਨਹੀਂ ਸੀ ਆਈ, ਇਹ ਸੀ ਪਿਆਰ ਦੀ ਚਿਣਗ। ਹੈ ਤਾਂ ਕਿ ਮੈਂ ਰਤਨੇ ਨੂੰ ਆਪਣੇ ਦਿਲ 'ਚ ਥਾਂ ਦੇ ਬੈਠੀ ਹਾਂ? ਇੱਕ ਕਾਂਬੇ ਭਰਿਆ ਝੂਟਾ ਜਿਹਾ ਜਿੱਕਣ ਆਉਂਦਾ ਹੈ, ਇਸ ਤਰ੍ਹਾਂ ਇਹ ਪ੍ਰਸ਼ਨ ਉਹਦੇ ਅੱਗੋਂ ਹਵਾ ਵਾਂਗ ਸਰ ਕਰਦਾ ਲੰਘ ਗਿਆ। ਉਹ ਇੱਕ ਵਾਰੀ ਫਿਰ ਸੋਚਣ ਲੱਗੀ, ਰਤਨਾ ਕੀ ਹੈ? ਇੱਕ ਅਵਾਰਾ, ਰੁਲਦੂ ਤੇ ਕੰਗਾਲ ਜਿਹਾ ਗੱਭਰੂ। ਕੀ ਇਸ ਯੋਗ ਹੈ ਕਿ ਇਸ ਨੂੰ ਪਿਆਰ ਕਰਾਂ? ਤੇ ਜਿਉਂ ਹੀ ਪਿਆਰ ਸ਼ਬਦ ਉਹਦੇ ਸਾਹਮਣੇ ਲੰਘਿਆ, ਝਾਟੀ ਕਵੀ ਕਾਲੀਦਾਸ ਦੀਆਂ ਕੁਝ ਤੁਕਾਂ ਉਹਨੂੰ ਯਾਦ ਆ ਗਈਆਂ, ਜਿਨ੍ਹਾਂ ਦਾ ਮਤਲਬ ਸੀ ਹਮਦਰਦੀ ਪਿਆਰ ਦੀ ਮਾਂ ਹੈ। ਉਹ ਸੋਚਣ ਲੱਗੀ, ਮੈਂ ਬੇਸ਼ੱਕ ਉਸ ਨਾਲ ਹਮਦਰਦੀ ਕੀਤੀ ਸੀ, ਪਰ ਇਸ ਉੱਤੇ ਅਹਿਸਾਨ ਨਹੀਂ ਸੀ। ਇਹ ਤਾਂ ਮੈਂ ਆਪਣੇ ਪਿਤਾ ਤੇ ਪਾਪਾਂ ਦਾ ਪ੍ਰਾਸ਼ਚਿਤ ਕਰਨਾ ਚਾਹਿਆ ਸੀ। ਤਾਂ ਕੀ ਇਹੋ ਜਿਹੀ ਹਮਦਰਦੀ ਵੀ ਪਿਆਰ ਨੂੰ ਜਨਮ ਦਿੰਦੀ ਹੈ? ਜੇ ਦਿੰਦੀ ਹੈ, ਕੁਦਰਤ ਦਾ ਅਸੂਲ ਵੀ ਇਹੋ ਹੈ। ਇਸ 'ਚ ਮੇਰਾ ਜਾਂ ਹੋਰ ਕਿਸੇ ਦਾ ਕੀ ਦੋਸ਼? ਇਹਦੇ ਨਾਲ ਹੀ ਉਪਰੋਕਤ ਮਹਾਕਵੀ ਦੀ ਇੱਕ ਹੋਰ ਤੁਕ ਉਹਦੇ ਦਿਮਾਗ 'ਚ ਗੂੰਜਣ ਲੱਗੀ, ਜਿਹਦਾ ਅਰਥ ਸੀ ਪਿਆਰ ਦੀ ਅੱਗ ਜਦੋਂ ਵੀ ਲੱਗਦੀ ਹੈ, ਦੋਹੀਂ ਪਾਸੇ ਇੱਕੋ ਜਿਹੀ ਤੇ ਇੱਕੋ ਵੇਲੇ ਲੱਗਦੀ ਹੈ। ਇਸ ਪਿਆਰ ਫੁਲਵਾੜੀ ਦੀਆਂ ਗੁੰਝਲਾਂ 'ਚ ਉਹ ਬਹੁਤ ਸਾਰਾ ਚਿਰ ਭਟਕਦੀ ਰਹੀ। ਰਮਿੰਦਰ ਨੇ ਬੜੀ ਕੋਸ਼ਿਸ਼ ਕੀਤੀ, ਪਰ ਉਹਨੂੰ ਨੀਂਦਰ ਨਾ ਆਈ। ਉਹ ਉੱਠ ਕੇ ਬੈਠ ਗਈ। ਰਾਤ ਦਾ ਪਹਿਲਾ ਪਹਿਰ ਖਤਮ ਹੋ ਕੇ ਦੂਜਾ ਸ਼ੁਰੂ ਸੀ ਤੇ ਨਾਲ ਦੇ ਕਮਰੇ 'ਚੋਂ ਉਹਨੂੰ ਮੰਜੇ ਦੇ ਹਿੱਲਣ ਦੀ ਆਵਾਜ਼ ਆਈ। ਸੋਚਣ ਲੱਗੀ, ਸ਼ਾਇਦ ਰਤਨਾ ਵੀ ਮੇਰੇ ਵਾਂਗ ਅਜੇ ਤੀਕ ਜਾਗਦਾ ਹੈ। ਨਾਲ ਹੀ ਉਹਨੂੰ ਖਿਆਲ ਆਇਆ, ਮੈਂ ਉਹਨੂੰ ਜੋ ਆਸਾਂ ਬਣਾ ਕੇ ਇਸ ਪ੍ਰਦੇਸ਼ 'ਚ ਖਿੱਚ ਲਿਆਈਆਂ, ਉਹ ਪਤਾ ਨਹੀਂ ਉਹਦੀਆਂ ਪੂਰੀਆਂ ਹੋਣਗੀਆਂ ਕਿ ਨਹੀਂ। ਪਰ ਕੀ ਮੈਨੂੰ ਉਹਦਾ ਦਿਲ ਰੱਖਣੀ ਦਾ ਖਿਆਲ ਨਹੀਂ ਰੱਖਣਾ ਚਾਹੀਦਾ? ਖਬਰੇ ਉਹਦਾ ਦਿਲ ਇਸ ਵੇਲੇ ਮੇਰੇ ਨਾਲੋਂ ਵੱਧ ਪਰੇਸ਼ਾਨ ਹੋਵੇ। ਕੀ ਮੇਰਾ ਫਰਜ਼ ਨਹੀਂ ਕਿ ਉਸ ਦੁਖੀ ਆਤਮਾ ਲਈ, ਉਸ ਡਿੱਗਦੀ ਡੋਲਦੀ ਰੂਹ ਲਈ ਠੁੰਮਣਾ ਬਣਾ? ਤੇ ਉਹ ਉੱਠ ਕੇ ਰਤਨੇ ਦੇ ਕਮਰੇ ਵੱਲ ਟੁਰ ਪਈ। ਕਮਰੇ 'ਚ ਜਾ ਕੇ ਉਹਨੇ ਬਿਜਲੀ ਦੀ ਰੌਸ਼ਨੀ ਵਿੱਚ ਵੇਖਿਆ, ਰਤਨੇ ਦੀਆਂ ਬੰਦ ਅੱਖਾਂ ਦੇ ਥੱਲੇ ਜਿਵੇਂ ਉਹਦੀਆਂ ਪੁਤਲੀਆਂ ਥਿਰਕ ਰਹੀਆਂ ਸਨ। ਰਤਨਿਆ, ਚੋਖਾ ਚਿਰ ਉਸ ਵੱਲ ਤੱਕਦੀ ਰਹਿਣ ਤੋਂ ਬਾਅਦ ਰਮਿੰਦਰ ਨੇ ਬੁਲਾਇਆ, ਕੀ ਸੋਚ ਰਿਹਾ ਸੁੱਤਾ ਸੁੱਤਾ? ਰਤਨੇ ਨੇ ਅੱਖਾਂ ਉਘੇੜ ਕੇ ਤੱਕਿਆ ਤਾਂ ਉੱਠ ਕੇ ਬੈਠਦਾ ਬੋਲਿਆ, ਕੁਝ ਨਹੀਂ ਬੀਬੀ ਜੀ। ਝੂਠ ਨਾ ਬੋਲ ਰਤਨਿਆ, ਮੈਂ ਬੀਬੀ ਜੀ ਇਹ ਪਿਆ ਸੋਚਦਾ ਹਾਂ ਭਈ ਤੁਸੀਂ ਮੇਰੇ ਲਈ ਕਿਉਂ ਇੰਨੇ ਔਖੇ ਹੋ ਰਹੇ ਹੋ। ਕਿੱਥੇ ਮੈਂ ਤੁਹਾਡੀਆਂ ਦੇਣੀਆਂ ਦਿਆਂਗਾ, ਝੱਲਾ ਨਾ ਹੋਵੇ ਤੇ। ਰਮਿੰਦਰ ਨੇ ਉਹਦੇ ਮੰਜੇ 'ਤੇ ਬੈਠ ਕੇ ਉਹਦਾ ਹੱਥ ਘੁੱਟਦਿਆਂ ਕਿਹਾ, ਇਹ ਤੇ ਹੋਇਆ, ਹੋਰ ਕੀ ਸੋਚ ਰਿਹਾ? ਰਤਨਾ ਸੋਚਣ ਲੱਗਾ, ਕੀ ਇਹ ਅੰਤਰ ਜਾਮਣੀ ਹੈ? ਉਹਨੇ ਇੱਕ ਠੰਡਾ ਸਾਹ ਭਰਿਆ, ਹੋਰ ਮੈਂ ਇਹੋ ਸੋਚ ਰਿਹਾ ਵਾਂ ਬੀਬੀ ਜੀ ਭਈ ਅਸੀਂ ਜਿਨ੍ਹਾਂ ਨੂੰ ਢੂੰਡਣ ਆਏ ਹਾਂ, ਉਹਨਾਂ ਸਾਨੂੰ ਕਿੱਥੋਂ ਲੱਭਣਾ ਹੈ? 4 ਸਾਲਾਂ 'ਚ ਖਬਰੇ ਵਿਚਾਰੀਆਂ ਰੁਲਦੀਆਂ ਖੁੱਲਦੀਆਂ। ਬੋਲਦਿਆਂ ਰਤਨੇ ਦੀਆਂ ਅੱਖਾਂ ਭਰ ਆਈਆਂ। ਫਿਕਰ ਨਾ ਕਰ ਤੂੰ, ਰਮਿੰਦਰ ਨੇ ਉਹਦਾ ਮੋਢਾ ਫੜ ਕੇ ਕਿਹਾ, ਅਸੀਂ ਜ਼ਰੂਰ ਉਹਨਾਂ ਨੂੰ ਲੱਭ ਲਵਾਂਗੇ। ਤੇ ਰਮਿੰਦਰ ਅਗਾਂਹ ਝੁੱਕ ਕੇ ਰਤਨੇ ਦੀ ਪਿੱਠ 'ਤੇ ਹੱਥ ਫੇਰਨ ਲੱਗੀ। ਰਤਨੇ ਦੀਆਂ ਅੱਖਾਂ ਬੰਦ ਹੋ ਗਈਆਂ। ਸ਼ਰਾਬ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਨੂੰ ਲੋਕੀ ਸ਼ਾਇਦ ਇਸੇ ਕਰਕੇ ਵਰਤਦੇ ਹੈ ਕਿ ਇਸ ਨਾਲ ਉਹਨਾਂ ਦੇ ਅੰਦਰ ਕਿਸੇ ਮਸਤੀ ਦਾ ਸੰਚਾਰ ਹੋ ਜਾਂਦਾ ਹੈ। ਪਰ ਜਿਸ ਰੂਹਾਨੀ ਮਸਤੀ ਦੇ ਸਵਾਦ 'ਚ ਇਸ ਵੇਲੇ ਰਤਨੇ ਦੀ ਆਤਮਾ ਤਰ ਰਹੀ ਸੀ, ਸ਼ਾਇਦ ਦੁਨਿਆਵੀ ਕਿਸੇ ਨਸ਼ੀਲੀ ਚੀਜ਼ 'ਚ ਇਸ ਖੁਮਾਰ ਦਾ 1000ਵਾਂ ਛੱਡ ਕੇ 1,00,000ਵਾਂ ਹਿੱਸਾ ਵੀ ਨਹੀਂ ਹੋਏਗਾ। ਉਹਦਾ ਸਿਰ ਰਮਿੰਦਰ ਦੇ ਮੋਢੇ ਨਾਲ ਜਾ ਲੱਗਾ। ਉਹਨੂੰ ਅਨੁਭਵ ਹੋ ਰਿਹਾ ਸੀ ਜਿਵੇਂ ਉਹਦੀ ਮਾਂ, ਜਿਹੜੀ ਪਾਪ ਦੀ ਗੰਦਗੀ 'ਚ ਡੁੱਬ ਕੇ ਘ੍ਰਿਣਿਤ ਹੋਈ ਸੀ, ਕਿਸੇ ਅੰਮ੍ਰਿਤ ਦੀ ਨੈਣ 'ਚ ਨਹਾ ਧੋ ਕੇ ਪਵਿੱਤਰਤਾ ਦੀ ਅਮਰ ਯੋਜਨਾ ਬਣ ਕੇ ਮੁੜ ਆਈ ਹੈ। ਰਮਿੰਦਰ ਦਾ ਹੱਥ ਬਰਾਬਰ ਉਹਦੀ ਪਿੱਠ 'ਤੇ ਫਿਰ ਰਿਹਾ ਸੀ ਤੇ ਰਤਨੇ ਦੀਆਂ ਅੱਖਾਂ 'ਚ ਅਥਰੂ ਵਹਿ ਕੇ
ਰਮਿੰਦਰ ਦੀ ਕਮੀਜ਼ ਦਾ ਮੋਢਾ ਭਿਉਂ ਰਹੇ ਸਨ। ਦੋਵੇਂ ਆਤਮਾਵਾਂ ਬੜੀ ਤੇਜ਼ੀ ਨਾਲ ਇੱਕ ਦੂਜੇ ਦੇ ਨੇੜੇ ਆ ਰਹੀਆਂ ਸਨ। ਰਤਨੇ ਨੂੰ ਭੁੱਲ ਗਿਆ ਕਿ ਉਹ ਕਿਸੇ ਚਿਰ ਵਿਛੜੀ ਰੂਹ ਦੀ ਭਾਲ ਲਈ ਘਰੋਂ ਨਿਕਲਿਆ ਸੀ। ਰਮਿੰਦਰ ਨੂੰ ਉਹ ਸਾਰੀਆਂ ਚਿੰਤਾਵਾਂ ਤੇ ਫਿਕਰ ਭੁੱਲ ਗਏ ਜਿਨ੍ਹਾਂ ਹੇਠ ਦੱਬੀ ਹੋਈ ਉਹ ਹੁਣ ਤੋਂ ਥੋੜ੍ਹਾ ਚਿਰ ਪਹਿਲਾਂ ਢਹਿੰਦੀਆਂ ਕਲਾਂ ਵੱਲ ਜਾ ਰਹੀ ਸੀ। ਮਾਨੋ ਦੋਹਾਂ ਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਨਾਂ ਦੀ ਭਾਲ ਸਫਲੀ ਹੋ ਗਈ ਹੈ, ਸ਼ੁਰੂ ਹੋਣ ਤੋਂ ਪਹਿਲਾਂ ਹੀ। ਰਮਿੰਦਰ ਨੇ ਐਤਕੀ ਫਿਰ ਇੱਕ ਨਜ਼ਰ ਭਰ ਕੇ ਰਤਨੇ ਦੀਆਂ ਅੱਖਾਂ 'ਚ ਤੱਕਦੀ ਬੋਲੀ, ਰਤਨ, ਹਾਂਜੀ, ਤੂੰ ਮੇਰੇ ਪਿਤਾ ਨੂੰ ਕਿਸ ਸ਼ਰਤ 'ਤੇ ਮਾਫ਼ ਕਰ ਸਕਣਾ? ਇਹ ਹੱਕ ਮੈਥੋਂ ਤੁਸੀਂ ਲੈ ਚੁੱਕੇ ਹੋ ਬੀਬੀ ਜੀ। ਉਹਨਾਂ ਨੂੰ ਮਾਫ਼ ਕਰਨਾ ਨਾ ਕਰਨਾ ਹੁਣ ਤੁਹਾਡੇ ਹੱਥ ਹੈ। ਰਤਨ, ਤੂੰ ਕਿੱਡਾ ਚੰਗਾ ਹੈ। ਆਪਣੀ ਸੰਭਾਲ 'ਚ ਬੀਬੀ ਜੀ ਅੱਜ ਤੱਕ ਮੈਂ ਆਪਣੀ ਮਾਂ ਤੇ ਭੈਣ ਤੋਂ ਬਿਨਾਂ ਹੋਰ ਕਿਸੇ ਨੂੰ ਚੰਗਾ ਨਹੀਂ ਲੱਗਿਆ। ਸਭ ਆਪਣੇ ਪਰਾਏ ਮੈਨੂੰ ਨਫ਼ਰਤ ਕਰਦੇ ਆ। ਉਹਨਾਂ ਤੋਂ ਬਾਅਦ ਤੁਸੀਂ ਹੋ ਜਿਨ੍ਹਾਂ ਮੈਨੂੰ ਚੰਗਾ ਕਿਹਾ। ਤੂੰ ਹੋਰ ਵੀ ਚੰਗਾ ਬਣ ਸਕਣਾ ਹੈ ਜੀ। ਤੁਹਾਡੀਆਂ ਨਜ਼ਰਾਂ 'ਚ ਜੇ ਮੈਂ ਚੰਗਾ ਬਣ ਸਕਦਾ ਹੋਵਾਂ ਤਾਂ ਮੈਂ ਇਸ ਬਦਲੇ ਅੱਗ 'ਚ ਛਾਲ ਮਾਰਨ ਨੂੰ ਵੀ ਤਿਆਰ ਹਾਂ ਬੀਬੀ ਜੀ। ਅਤੇ ਮੈਂ ਤੈਨੂੰ ਸੱਚਮੁੱਚ ਦਾ ਰਤਨ ਵੇਖਣਾ ਚਾਹੁੰਦੀ ਹਾਂ। ਜੋ ਕੁਝ ਵੀ ਤੁਸੀਂ ਚਾਹੁੰਦੇ ਜਾਓਗੇ ਮੈਂ ਆਪਣੇ ਆਪ ਬਣਦਾ ਜਾਵਾਂਗਾ। ਪਰ ਮੇਰੀ ਚਾਹ ਦੇ ਨਾਲ ਤੇਰੀ ਹਿੰਮਤ ਦੀ ਵੀ ਲੋੜ ਹੈ ਰਤਨ। ਹਿੰਮਤ ਬੀਬੀ ਜੀ? ਆਪਣੇ ਆਪ 'ਚ ਤਾਂ ਮੈਨੂੰ ਕੋਈ ਨਹੀਂ ਲੱਭਦੀ, ਪਰ ਮੈਨੂੰ ਇੱਕ ਗੱਲ ਦਾ ਯਕੀਨ ਹੋ ਚੁੱਕਾ ਹੈ ਕਿ ਤੁਸੀਂ ਜੋ ਵੀ ਚਾਹੋ ਮੈਥੋਂ ਕਰਾ ਸਕਦੇ ਹੋ। ਰਤਨ, ਤੇਰਾ ਦਿਲ ਕਿੰਨਾ ਸੋਹਣਾ ਹੈ। ਕਾਸ਼ ਤੂੰ ਪੜ੍ਹਿਆ ਲਿਖਿਆ ਹੁੰਦੇ ਹੋ। ਇਹ ਕੰਮ ਮੈਨੂੰ ਹੁਣ ਵੀ ਨਾਮੁਮਕਿਨ ਨਹੀਂ ਜਾਪਦਾ, ਭਾਵੇਂ ਮੇਰੀ ਉਮਰ ਵੱਡੀ ਹੈ। ਮੈਂ ਜਿਹੜੇ 5-6 ਵਰ੍ਹੇ ਸਕੂਲ 'ਚ ਬਿਤਾਏ ਨੇ ਆਪਣੀ ਜਮਾਤ 'ਚ ਕਿਸੇ ਨਾਲੋਂ ਕਦੇ ਮਾੜਾ ਨਹੀਂ ਸੀ ਰਿਹਾ। ਤਾਂ ਮੈਂ ਚਾਹੁੰਦੀ ਹਾਂ ਤੂੰ ਸਭ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕਰ। ਇੱਕ ਦਿਨ ਵੀ ਮੈਂ ਤੇਰਾ ਜ਼ਾਇਆ ਨਹੀਂ ਹੋਣ ਦੇਣਾ ਚਾਹੁੰਦੀ ਅਤੇ ਮੈਂ ਸਾਰੇ ਦਿਲ ਨਾਲ ਤੁਹਾਡੀ ਮਨਸ਼ਾ ਪੂਰੀ ਕਰਾਂਗਾ। ਅਤੇ ਕੱਲ੍ਹ ਤੋਂ ਨਹੀਂ ਬਲਕਿ ਹੁਣ ਤੋਂ। ਕੱਲ੍ਹ ਤੋਂ ਚੰਗੀ ਗੱਲ ਹੈ। ਤੂੰ ਪੰਜਾਬੀ ਪੜ੍ਹ ਸਕਣਾ। ਛਪੀ ਹੋਈ ਕਿ ਲਿਖੀ ਹੋਈ ਬੀਬੀ ਜੀ? ਲਿਖੀ ਹੋਈ। ਜੇ ਬਹੁਤ ਔਖੀ ਲਿਖਾਈ ਨਾ ਹੋਵੇ ਤਾਂ ਪੜ੍ਹ ਸਕਦਾ। ਅਤੇ ਚੰਗਾ ਠਹਿਰ, ਕਹਿ ਕੇ ਰਮਿੰਦਰ ਮੰਜੇ ਤੋਂ ਉੱਠੀ ਆਪਣੇ ਕਮਰੇ 'ਚ ਜਾ ਕੇ ਅਟੈਚੀ ਕੇਸ 'ਚੋਂ ਕੁਝ ਲਿਖੇ ਕਾਗਜ਼ ਚੁੱਕ ਲਿਆਈ ਅਤੇ ਰਤਨੇ ਦੇ ਸਾਹਮਣੇ ਰੱਖ ਕੇ ਕਹਿਣ ਲੱਗੀ, ਲੈ ਭਲਾ ਪੜ੍ਹ ਕੇ ਸੁਣਾ। ਰਤਨੇ ਨੇ ਬਹੁਤ ਚੰਗੀ ਤਰ੍ਹਾਂ ਤਾਂ ਨਹੀਂ ਪਰ ਸਹਿਜੇ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਂ ਅੱਜ ਮੁਜਰਮ ਦੇ ਰੂਪ 'ਚ ਆਪਣੀ ਬੱਚੀ ਦੀ ਅਦਾਲਤ ਵਿੱਚ ਪੇਸ਼ ਹੁੰਦਾ। ਆਪਣੀ ਜ਼ਮੀਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਹੌਲੀ ਹੌਲੀ ਸਾਰੇ ਵਰਕੇ ਰਤਨੇ ਨੇ ਖਤਮ ਕਰ ਲਏ ਅਤੇ ਜਦ ਅਖੀਰਲੇ ਵਰਕੇ ਇਹ ਵਾਕ ਕੀ ਮੇਰੀ ਬੱਚੀ ਮੈਨੂੰ ਇਸ ਯੋਗ ਖਿਆਲ ਕਰਦੀ ਹੈ ਕਿ ਮੈਂ ਉਸ ਪਾਸ ਮਾਫ਼ੀ ਦੀ ਦਰਖਾਸਤ ਕਰਾਂ, ਉਹਨੇ ਸਮਾਪਤ ਕੀਤੇ ਤਾਂ ਰਮਿੰਦਰ ਨੇ ਵੇਖਿਆ ਰਤਨੇ ਦੀਆਂ ਅੱਖਾਂ 'ਚੋਂ ਕ੍ਰੋਧ ਦੀ ਥਾਂ ਉਦਾਰਤਾ ਦੇ ਭਾਵ ਪ੍ਰਗਟ ਹੋ ਰਹੇ ਸੀ। ਰਮਿੰਦਰ ਨੇ ਇੱਕ ਵਾਰੀ ਫਿਰ ਆਪਣੇ ਉਸੇ ਪ੍ਰਸ਼ਨ ਨੂੰ ਦੁਹਰਾਇਆ, ਹੁਣ ਦੱਸ ਰਤਨ, ਕੀ ਇਹ ਚਿੱਠੀ ਪੜ੍ਹਨ ਤੋਂ ਬਾਅਦ ਵੀ ਮੇਰੇ ਪਿਤਾ ਨੂੰ ਮਾਫ਼ ਕਰਨ ਦੀ ਗੁੰਜਾਇਸ਼ ਤੇਰੇ ਦਿਲ 'ਚ ਬਾਕੀ ਹੈ? ਥੋੜ੍ਹਾ ਚਿਰ ਰਤਨਾ ਚੁੱਪ ਰਿਹਾ। ਝਟ ਕੁ ਉਹਦੀ ਨਜ਼ਰ ਇਹਨਾਂ ਵਰਕਿਆਂ 'ਤੇ ਗੱਡੀ ਰਹੀ। ਫਿਰ ਉਹਨੇ ਰਮਿੰਦਰ ਵੱਲ ਅੱਖਾਂ ਚੁੱਕੀਆਂ। ਰਮਿੰਦਰ ਨੇ ਉਹਨਾਂ ਅੱਖਾਂ 'ਚ ਥੋੜ੍ਹੀ ਜਿਹੀ ਗਿੱਲ ਵੇਖੀ। ਇਹ ਗਿੱਲ 2-3 ਕਤਰੇ ਬਣ ਕੇ ਰਤਨੇ ਦੀਆਂ ਪਲਕਾਂ 'ਤੇ ਆ ਇਕੱਠੀ ਹੋਈ ਜਦੋਂ ਭਰੇ ਹੋਏ ਗਲੇ 'ਚੋਂ ਕਹਿ ਰਿਹਾ ਸੀ, ਬੀਬੀ ਜੀ, ਮੇਰੀ ਖਾਤਰ ਤੁਸੀਂ ਆਪਣੇ ਪਿਤਾ ਜੀ ਨੂੰ ਮਾਫ਼ ਕਰ ਦਿਓ। ਰਤਨ, ਉਹਦੇ ਦੋਹਾਂ ਹੱਥਾਂ ਨੂੰ ਆਪਣੇ ਹੱਥਾਂ 'ਚ ਘੁੱਟ ਕੇ ਰਮਿੰਦਰ ਬੋਲੀ, ਕਿੰਨਾ ਵਿਸ਼ਾਲ ਦਿਲ ਏ ਤੇਰਾ। ਤੂੰ ਸੱਚਮੁੱਚ ਰਤਨ ਏ। ਇਦੋਂ ਕੀਮਤੀ ਰਤਨ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਵੇਖਿਆ। ਰਤਨੇ ਦਾ ਸਿਰ ਇਸ ਵੇਲੇ ਰਮਿੰਦਰ ਦੇ ਹੱਥਾਂ ਉੱਤੇ ਝੁਕਿਆ ਹੋਇਆ ਸੀ। ਅੰਗ ਦੂਸਰੇ ਦਿਨ ਦਾ ਸੂਰਜ ਚੜ੍ਹਦਿਆਂ ਹੀ ਇਹਨਾਂ ਦੋਹਾਂ ਨੇ ਢੂੰਡ ਭਾਲ ਦਾ ਕੰਮ ਸ਼ੁਰੂ ਕਰ ਦਿੱਤਾ। ਇਹਦੇ ਨਾਲ ਹੀ ਰਤਨੇ ਨੇ ਪੜ੍ਹਾਈ ਦਾ ਵੀ। ਰਮਿੰਦਰ ਨੂੰ ਸਭ ਤੋਂ ਪਹਿਲਾਂ ਜਿਸ ਥਾਂ ਪਹੁੰਚਣ ਦੀ ਕਾਹਲ ਸੀ ਉਹ ਸੀ ਬਿੱਲੀ ਮਾਰਾਂ ਦੀ ਗਲੀ। ਪਰ ਉਹਨੂੰ ਸਮਝ ਨਹੀਂ ਸੀ ਕਿ ਉੱਥੇ ਜਾ ਕੇ ਕਿਸ ਤਰ੍ਹਾਂ ਇਸ ਕੰਮ ਬਾਰੇ ਸੂਹ ਕੱਢੀ ਜਾਵੇ। ਅਖੀਰ ਉਹਨੂੰ ਇੱਕ ਵਿਉਂਤ ਸੁੱਝੀ। ਉਹਨੇ ਹੋਟਲ ਦੇ ਇੱਕ ਨੌਕਰ ਨੂੰ, ਜਿਹਦਾ ਨਾਂ ਕਨ੍ਹਈਆ ਸੀ, ਇਸ ਕੰਮ ਲਈ ਮਦਦਗਾਰ ਬਣਾਇਆ। ਹੋਟਲ ਦੇ ਨੌਕਰ ਉਂਝ ਹੀ ਨੱਠਣ ਭੱਜਣ 'ਚ ਬੜੇ ਚਤਰ ਹੁੰਦੇ ਨੇ। ਸਿਰਫ ਉਹਨਾਂ ਨੂੰ ਰਜਵੀਂ ਬਖਸ਼ੀਸ਼ ਮਿਲਣੀ ਚਾਹੀਦੀ ਹੈ, ਫਿਰ ਭਾਵੇਂ ਉਹਨਾਂ ਨੂੰ ਸ਼ੇਰ ਦੇ ਮੂੰਹ 'ਚੋਂ ਮਾਸ ਕੱਢਣ ਲਈ ਭੇਜ ਦਿਓ। ਸਵੇਰੇ ਉੱਠਦਿਆਂ ਹੀ ਰਮਿੰਦਰ ਨੇ ਕਨ੍ਹਈਏ ਨੂੰ ਇਹ ਕੰਮ ਸੌਂਪਿਆ ਕਿ ਉਹ ਬਿੱਲੀ ਮਾਰਾਂ ਦੇ ਮਹੱਲੇ ਜਾ ਕੇ ਸੇਠ ਨੌਬਤ ਰਾਏ ਦਾ ਮਕਾਨ ਪਤਾ ਕਰੇ ਅਤੇ ਨਾਲੇ ਇਹ ਕਿ ਵੀ ਕਿਸ ਵੇਲੇ ਉਹ ਘਰ ਹੁੰਦਾ ਹੈ, ਕੌਣ ਉਹਦੇ ਘਰ 'ਚ ਰਹਿੰਦਾ ਹੈ। ਕਨ੍ਹਈਏ ਨੇ ਦੁਪਹਿਰਾਂ ਦੀ ਛੁੱਟੀ ਤੋਂ ਬਾਅਦ ਉੱਥੇ ਪਹੁੰਚ ਕੇ ਥੋੜ੍ਹੇ ਚਿਰ 'ਚ ਹੀ ਰਮਿੰਦਰ ਨੂੰ ਆ ਦੱਸਿਆ। ਸੇਠ ਹੋਰਾਂ ਦੀ ਕਿਰਮਚੀ ਰੰਗਾ 3 ਮੰਜ਼ਿਲਾ ਮਕਾਨ ਮਹੱਲੇ 'ਚ ਵੜਦਿਆਂ ਖੱਬੇ ਹੱਥ 9 ਮਕਾਨ ਛੱਡ ਕੇ 10ਵਾਂ ਹੈ, ਜਿਹਦਾ ਖਾਨਾ ਸ਼ੁਮਾਰੀ ਨੰਬਰ 1407B ਹੈ। ਸੇਠ ਹੋਰੀ ਸਵੇਰੇ 10 ਵਜੇ ਤੀਕ ਘਰ ਹੀ ਹੁੰਦੇ ਆ। ਰਾਤੀ ਤੋਂ ਬਹੁਤ ਚਿਰ ਕੇ ਘਰ ਆਉਂਦੇ ਆ ਅਤੇ ਕਦੀ 12 ਵਜੇ ਅਤੇ ਕਦੀ ਇਦੋਂ ਵੀ ਚਿਰ ਕੇ।
ਉਹਨਾਂ ਦੀ ਆੜਤ ਦੀ ਦੁਕਾਨ 12 ਟੂਟੀ ਦੇ ਚੌਕ ਵਿੱਚ ਹੈ। ਰਮਿੰਦਰ ਨੂੰ ਇੰਨੇ ਨਾਲ ਹੀ ਕਾਫੀ ਤਸੱਲੀ ਹੋਈ, ਕਿਉਂਕਿ ਇੰਨੇ ਕੁ ਪਤੇ ਦੇ ਆਧਾਰ 'ਤੇ ਢੂੰਡ ਭਾਲ ਦਾ ਕੰਮ ਤਾਂ ਸ਼ੁਰੂ ਹੋ ਸਕਦਾ ਸੀ। ਸ਼ਾਮ ਨੂੰ ਉਹਨੇ ਰਤਨੇ ਨੂੰ ਹੋਟਲ 'ਚ ਹੀ ਰਹਿਣ ਦਿੱਤਾ ਤੇ ਆਪ ਟਾਂਗਾ ਕਿਰਾਏ ਕਰਕੇ ਬਿੱਲੀ ਮਾਰਾਂ ਦੀ ਗਲੀ 'ਚ ਜਾ ਪਹੁੰਚੀ। ਕਨ੍ਹਈਏ ਦੇ ਦੱਸੇ ਪਤੇ ਅਨੁਸਾਰ ਉਹ ਰਵਾਂ ਰਵੀ ਉਸੇ ਮਕਾਨ 'ਤੇ ਜਾ ਪਹੁੰਚੀ ਤੇ ਟਾਂਗੇ 'ਚ ਉਤਰ ਕੇ ਬਿਨਾਂ ਕਿਸੇ ਝਿਜਕ ਤੋਂ ਪੌੜੀਆਂ ਚੜ੍ਹ ਗਈ। ਉੱਪਰ ਜਾ ਕੇ ਸਬੱਬ ਨਾਲ ਹੀ ਸਭ ਤੋਂ ਪਹਿਲਾਂ ਸੇਠਾਣੀ ਨਾਲ ਉਹਦਾ ਸਾਹਮਣਾ ਹੋਇਆ। ਸੇਠਾਣੀ ਚੰਗੀ ਪਕੇਰੀ ਉਮਰ ਦੀ ਸੀ, ਅਖੀਰ ਬੁੱਢੀਆਂ ਵਾਂਗ ਉਹਦੇ ਸਰੀਰ ਦਾ ਮਾਸ ਢਿਲਕਿਆ, ਪੇਟ ਵਧਿਆ ਸੀ। ਅੱਖਾਂ ਉੱਤੇ ਉਹਨੇ ਕਾਟਵੇਂ ਸ਼ੀਸ਼ਿਆਂ ਦੀ ਸੁਨਹਿਰੀ ਐਨਕ ਲਾਈ ਹੋਈ ਤੇ ਤੇੜ ਦਿੱਲੀ ਵਾਲੇ ਢੰਗ ਦੀ ਧੋਤੀ ਬੰਨੀ ਹੋਈ ਸੀ। ਉਹਦਾ ਰੰਗ ਕੁਝ ਪਿਲਿਆਈ ਰਲਵਾਂ ਗੋਰਾ ਸੀ, ਤਾਂ ਵੀ ਉਹਦਾ ਚਿਹਰਾ ਦੇਖਣ ਨੂੰ ਬੁਰਾ ਨਹੀਂ ਸੀ ਲੱਗਦਾ। ਹੱਥਾਂ 'ਚ ਉਹਨੇ ਸੋਨੇ ਦਾ ਮੋਟਾ ਸੂਤੜਾ, ਡੋਲੇ 'ਚ ਉਦੋਂ ਵੀ ਭਾਰਾ ਅਨੰਤ ਪਾਇਆ ਹੋਇਆ ਸੀ। ਗੱਲ ਕੱਥ 'ਚ ਉਹ ਹਿੰਦੁਸਤਾਨੀ 'ਚ ਕਰਦੀ ਤੇ ਸੇਠਾਣੀ ਨੇ ਬੜੇ ਆਦਰ ਨਾਲ ਰਮਿੰਦਰ ਨੂੰ ਇੱਕ ਸਜੇ ਹੋਏ ਕਮਰੇ 'ਚ ਜਾ ਬਿਠਾਇਆ ਤੇ ਪਾਣੀ ਧਾਣੀ ਪੁੱਛਿਆ, ਕਿਉਂਕਿ ਰਮਿੰਦਰ ਦੀ ਬੋਲ ਚਾਲ ਤੇ ਪਹਿਰਾਵੇ ਤੋਂ ਉਹ ਸਮਝ ਗਈ ਕਿ ਕੁੜੀ ਕਿਸੇ ਉਚੇਰੇ ਘਰ ਦੀ ਹੈ। 2-4 ਰਸਮੀ ਰਿਵਾਜ਼ੀ ਗੱਲਾਂ ਹੋਣ ਤੋਂ ਬਾਅਦ ਰਮਿੰਦਰ ਨੇ ਆਪਣੇ ਆਉਣ ਦਾ ਕਾਰਨ ਇਸ ਤਰ੍ਹਾਂ ਪ੍ਰਗਟ ਕੀਤਾ। माता जी, हम लोग अमृतसर से आए हैं। वहाँ हमारे मकान में एक किराएदारन दमोदरी रहती थी। वो कई साल हुए वहाँ से चली गई। बाद में पता चला कि वो आप लोगों के रिश्तेदार थी। उन लोगों की तरफ हमारा रुपया कुछ निकलता था। क्या उनका कुछ पता बता सकती है? सेठानी दे मत्थे ते वट पै गई। बोली, अच्छा, तो वो छिनार तुम्हारे भी रुपए खा गई? हमने तो भैया बड़ी मुद्दत से उनसे मिलना गिलना छोड़ दिया। तुम तो सब जानती होगी बेटी उस चंडालन का हाल। उस मुंह झोंसी ने तो हमारे खानदान का नाम डुबो दिया। राम जाने कहाँ कहाँ मुंह काला कराए फिरती होगी। रमिंदर बोली, मैंने सुना है एक दफ़ा वो आपके यहाँ भी आई थी। अरे हाँ, सेठानी थोड़ा जा सोच के बोली, वो तो जाने कितने बरस हुए एक बार आई थी। छोकरी को भी साथ में घुमाए फिरती रही। तो आपको मालूम होगा कि वो यहाँ से लौट कर कहाँ गई। अरे बेटी, भाड़ में जाए, हमें इससे क्या मतलब। हमारे लिए तो वो जब ही मर गई जब से खसम की पगड़ी पर लात मारकर बेशर्मी करने लग गई। तो आपके यहाँ वो लोग कुछ देर रही थी? राम राम कहो बेटी, ऐसी छिनार को कौन रखेगा। लल्ला के बाप ने ऐसी फिटकार बताई कि झट से गिठड़ी उठा कर 9-2-11 हो गई। तो उसके बाद आपको उनकी कोई खबर मिली? ना मिली सो अच्छा ही हुआ बेटी। हम लोग उसके बैराग में मरे थोड़े जाते हैं। खबर मिलती भी तो यही मिलती कि अपने तरह छोकरी को भी किसी सेठ शाहूकार के वहाँ रखेली रख छोड़ा होगा। ऐसी कुतिया को भगवान जितना दुख दे उतना थोड़ा। इसे तरह होर थोड़ा चिर रमिंदर पुछ पड़ताल करती रही। फिर ਉਹਦੇ ਹੱਥ ਪੱਲੇ ਕੁਛ ਨਾ ਪਿਆ। ਅਖੀਰ ਉੱਥੋਂ ਉੱਠ ਕੇ ਮੁੜ ਤਾਂਗੇ 'ਚ ਜਾ ਬੈਠੀ ਤੇ ਹੋਟਲ ਵੱਲ ਭਰਤੀ। ਸੇਠਾਣੀ ਦੀ ਮੁਲਾਕਾਤ ਤੋਂ ਜੇ ਉਹਨੂੰ ਕੋਈ ਟੋਹ ਮਿਲੀ ਤਾਂ ਸਿਰਫ ਇਹ ਕਿ ਇੱਥੋਂ ਵਾਪਸ ਮੁੜ ਕੇ ਉਹ ਦੋਵੇਂ ਮਾਵਾਂ ਧੀਆਂ ਕੁਝ ਦਿਨਾਂ ਲਈ ਜ਼ਰੂਰ ਕਿਸੇ ਧਰਮਸ਼ਾਲਾ ਜਾਂ ਸਰਾਂ 'ਚ ਠਹਿਰੀਆਂ ਹੋਣਗੀਆਂ। ਦੂਜੇ ਦਿਨ ਉਹਨੇ ਦਿੱਲੀ ਦਾ ਨਕਸ਼ਾ ਮੰਗਾਇਆ। ਇਸ ਤੋਂ ਬਾਅਦ ਇੱਕ ਟੈਕਸੀ ਲੈ ਕੇ ਉਹ ਰਤਨੇ ਸਮੇਤ ਮਿਊਨਿਸਪਲ ਕਮੇਟੀ ਦੇ ਦਫ਼ਤਰ ਪਹੁੰਚੀ, ਜਿੱਥੇ ਉਹਨੇ ਦਿੱਲੀ ਦੇ ਸਾਰੇ ਛੋਟੇ ਵੱਡੇ ਮੁਸਾਫਰਖਾਨਿਆਂ ਅਤੇ ਸਰਾਵਾਂ ਦੀ ਲਿਸਟ ਪ੍ਰਾਪਤ ਕੀਤੀ, ਜਿਹੜੇ 100 ਤੋਂ ਵਧੇਕ ਗਿਣਤੀ 'ਚ ਸਨ। ਇਸ ਤੋਂ ਬਾਅਦ ਪੂਰੇ 2 ਹਫ਼ਤੇ ਉਹਨੇ ਉਪਰੋਕਤ ਥਾਵਾਂ ਦੀ ਛਾਣਬੀਨ ਜਾਰੀ ਰੱਖੀ ਤੇ ਇਹਨਾਂ ਥਾਵਾਂ 'ਤੇ 3-4 ਸਾਲ ਦੇ ਤੇ ਪੁਰਾਣੇ ਰਜਿਸਟਰ ਫੋਲਣੇ ਸ਼ੁਰੂ ਕੀਤੇ। ਹੁੰਦਿਆਂ ਇੱਕ ਦਿਨ ਉਹ ਦੋਵੇਂ ਇੱਕ ਮੰਦਰ ਦੇ ਛੋਟੇ ਜਿਹੇ ਮੁਸਾਫਰਖਾਨੇ 'ਚ ਜਾ ਪਹੁੰਚੇ। ਪੁਰਾਣੇ ਰਜਿਸਟਰ ਫਰੋਲਦਿਆਂ ਰਮਿੰਦਰ ਦੀ ਨਜ਼ਰ ਅਚਾਨਕ ਦਮੋਦਰੀ ਨਾਂ 'ਤੇ ਜਾ ਪਈ। ਉਹਦਾ ਨਿਵਾਸ ਥਾਂ ਫਿਰੋਜ਼ਪੁਰ ਲਿਖਿਆ ਸੀ, ਤਾਂ ਵੀ ਰਮਿੰਦਰ ਲਈ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਸੀ, ਕਿਉਂਕਿ ਸਮੇਂ ਦੇ ਹਿਸਾਬ ਨਾਲ ਠੀਕ ਇਹ ਉਦੋਂ ਦਾ ਹੀ ਸਾਲ ਮਹੀਨਾ ਸੀ ਜਿੰਨੇ ਦਿਨੀ ਦਮੋਦਰੀ ਨੇ ਅੰਮ੍ਰਿਤਸਰ ਛੱਡਿਆ ਸੀ। ਉਹਨੇ ਖਿਆਲ ਕੀਤਾ ਕਿ ਸ਼ਹਿਰ ਦਾ ਨਾਂ ਜਾਂ ਤਾਂ ਮਹੰਤ ਪਾਸੋਂ ਗਲਤੀ ਨਾਲ ਲਿਖਿਆ ਗਿਆ ਤੇ ਜਾਂ ਫਿਰ ਦਮੋਦਰੀ ਨੇ ਆਪ ਹੀ ਜਾਣ ਕੇ ਗਲਤ ਲਿਖਾਇਆ ਹੋਏਗਾ। ਮਹੰਤ ਦੀ ਜ਼ਬਾਨੀ ਤਾਂ ਉਹਨੂੰ ਕੁਛ ਵੀ ਉੱਗ ਸੁੱਗ ਨਾ ਮਿਲ ਸਕੇ। ਬੁੱਢੇ ਮਹੰਤ ਦੀ ਯਾਦਦਾਸ਼ਤ ਇੰਨੀ ਤੇਜ਼ ਨਹੀਂ ਸੀ। ਇੱਥੋਂ ਵੀ ਜੋ ਕੁਛ ਰਮਿੰਦਰ ਹੋਰਾਂ ਨੂੰ ਲੱਭਾ ਨਾ ਲੱਭੇ ਦੇ ਬਰਾਬਰ ਹੀ ਸੀ। ਜਿਸ ਹਨੇਰੇ 'ਚੋਂ ਪਹਿਲਾਂ ਹੱਥ ਪੈਰ ਮਾਰ ਰਹੇ ਸੀ ਉਸੇ 'ਚ ਹੁਣ ਸੀ। ਰਤਨਾ ਤਾਂ ਕਈ ਵਾਰ ਨਿਰਾਸ਼ ਹੋ ਕੇ ਹੱਥ ਪੈਰ ਛੱਡ ਬੈਠਦਾ, ਪਰ ਰਮਿੰਦਰ ਦਾ ਦਮ ਅਜੇ ਹਾਰਿਆ ਨਹੀਂ ਸੀ। ਉਹ ਬਰਾਬਰ ਉਹਦਾ ਧੀਰਜ ਬਣਾਉਂਦੀ ਤੁਰੀ ਜਾ ਰਹੀ ਸੀ। ਇਸ ਤੋਂ ਬਾਅਦ ਦਿੱਲੀ ਦੇ ਆਸ-ਪਾਸ ਜਿੰਨੇ ਗਰੀਬਾਂ ਦੇ ਮਹੱਲੇ ਸੀ, ਰਮਿੰਦਰ ਨੇ ਉਹਨਾਂ 'ਚ ਘੁੰਮਣਾ ਸ਼ੁਰੂ ਕਰਤਾ।
ਸਧਾਰਨ ਪਹਿਰਾਵੇ 'ਚ ਵੱਡੇ ਵੇਲੇ ਖਾ ਪੀ ਕੇ ਘਰੋਂ ਨਿਕਲਦੀ, ਸਾਰੇ ਦਿਨ ਲਈ ਟਾਂਗਾ ਕਿਰਾਏ ਕਰਕੇ ਇੱਕ ਤੋਂ ਦੂਜੇ ਤੋਂ ਤੀਜੇ ਮਹੱਲੇ ਤੁਰੀ ਫਿਰਦੀ। ਟਾਂਗੇ ਵਾਲੇ ਨੂੰ ਉਹਨੇ ਦੱਸਿਆ ਕਿ ਉਹ ਸਰਕਾਰੀ ਮਹਿਕਮੇ ਵੱਲੋਂ ਗਰੀਬਾਂ ਦੇ ਘਰਾਂ 'ਚ ਬਿਮਾਰੀ ਆਦਿ ਦੀ ਪੜਤਾਲ ਕਰਨ ਲਈ ਲਾਈ ਗਈ ਹੈ। ਇਸ ਤਰ੍ਹਾਂ ਉਹ ਰੋਜ਼ ਕਿਸੇ ਨਵੇਂ ਤੋਂ ਨਵੇਂ ਮਹੱਲੇ 'ਚ ਪਹੁੰਚ ਕੇ ਗਰੀਬਾਂ ਮਜ਼ਦੂਰਾਂ ਦੇ ਘਰੀਂ ਜਾ ਵੜਦੀ। ਗੱਲਾਂ ਕਥਾਂ ਪੱਜ ਜਨਾਨੀਆਂ ਪਾਸੋਂ ਸੁਭੱਦਰਾ ਤੇ ਦਮੋਦਰੀ ਨਾਂ ਦੀਆਂ ਤੀਵੀਆਂ ਬਾਰੇ ਪੁੱਛ ਪੜਤਾਲ ਕਰਦੀ। ਸ਼ਾਮ ਨੂੰ ਕੇਵਲ ਨਿਰਾਸਤਾ ਲੈ ਕੇ ਹੋਟਲ ਮੁੜ ਪੈਂਦੀ। ਇਹ ਲਗਨ ਰਮਿੰਦਰ ਉੱਤੇ ਇਸ ਹੱਦ ਤੱਕ ਸਵਾਰ ਹੋ ਗਈ ਕਿ ਇੰਨੀ ਦਿਨੀ ਨਾ ਉਹਨੂੰ ਖਾਣ ਪੀਣ ਦੀ ਸੁੱਧ ਸੀ, ਨਾ ਕੱਪੜਾ ਲੱਤਾ ਪਾਉਣ ਦੀ। ਰਤਨਾ ਇੰਨੀ ਦਿਨੀ ਅਕਸਰ ਹੋਟਲ 'ਚ ਹੀ ਰਹਿੰਦਾ ਸੀ ਤੇ ਉਹਦਾ ਸਾਰਾ ਸਮਾਂ ਪੜ੍ਹਨ ਲਿਖਣ 'ਚ ਬੀਤਦਾ ਸੀ। ਰਮਿੰਦਰ ਉਹਦੀ ਮਿਹਨਤਕਸ਼ੀ ਨੂੰ ਬੜੇ ਆਦਰ ਦੇ ਨਾਲ, ਕੁਝ ਚਿੰਤਾ ਦੀ ਨਜ਼ਰ ਨਾਲ ਵੇਖਦੀ। ਉਹ ਇਸ ਖੁਸ਼ੀ 'ਚ ਫੁੱਲੀ ਨਹੀਂ ਸੀ ਸਮਾਉਂਦੀ ਵੀ ਰਤਨਾ ਉਹਦੇ ਉਦਣ ਦੇ ਕਹੇ ਹੋਏ ਸ਼ਬਦਾਂ 'ਤੇ ਕਿੰਨਾ ਜਾਨਹੂਲ ਵਾਂਗ ਅਮਲ ਕਰ ਰਿਹਾ ਸੀ। ਉਹਨੇ ਨੀਂਦਰ ਤੇ ਸੈਰ ਤੱਕ ਕਰਨੀ ਵੀ ਛੱਡ ਦਿੱਤੀ, ਪਰ ਚਿੰਤਾ ਉਹਨੂੰ ਇਸ ਗੱਲ ਦੀ ਸੀ ਵੀ ਰਤਨਾ ਪੜ੍ਹਨ ਲਿਖਣ ਤੇ ਇੰਨੀ ਸਖਤ ਮਿਹਨਤ ਕਰ ਰਿਹਾ ਸੀ ਕਿ ਉਹਦੀ ਸਿਹਤ ਰਮਿੰਦਰ ਨੂੰ ਕੁਝ ਡਿੱਗਦੀ ਜਾਪਣ ਲੱਗੀ। ਇੱਧਰ ਨਿੱਤ ਦਿਹਾੜੀ ਦੀ ਦੌੜ ਭੱਜ, ਬੇਆਰਾਮੀ ਤੇ ਸੜਕਾਂ 'ਤੇ ਮਿੱਟੀ ਘੱਟੇ ਕਰਕੇ ਰਮਿੰਦਰ ਦੀ ਆਪਣੀ ਸਿਹਤ ਵੀ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ। ਭਾਵੇਂ ਉਹ ਇਹਨਾਂ 2 ਹਫ਼ਤਿਆਂ ਦੀ ਬੇਅਰਥ ਨਸੋ ਭੱਜੀ ਤੋਂ ਬਾਅਦ ਕਾਫੀ ਹੱਦ ਤੀਕ ਅੱਕ ਗਏ ਸੀ। ਇਹ ਤੋਂ ਛੁੱਟ ਦਮੋਦਰੀ ਤੇ ਸੁਭੱਦਰਾ ਦੇ ਲੱਛਣ ਦੀ ਆਸ ਵੀ ਹੁਣ ਉਹਨੂੰ ਨਾ ਮਾਤਰ ਨਹੀਂ ਸੀ। ਪਰ ਜਿਉਂ ਹੀ ਉਹ ਰਤਨੇ ਦੇ ਉਦਾਸ ਚਿਹਰੇ ਵੱਲ ਦੇਖਦੇ, ਉਹਦੇ ਡਿੱਗਦੇ ਜਾਂਦੇ ਦਿਲ ਦਾ ਅਨੁਭਵ ਕਰਦੀ, ਉਹ ਮੁੜ ਨਵੇਂ ਸਿਰੇ, ਨਵੇਂ ਉਤਸ਼ਾਹ ਤੇ ਨਵੀਂ ਦਲੇਰੀ ਨਾਲ ਢੂੰਡ ਭਾਲ ਦਾ ਕੰਮ ਸ਼ੁਰੂ ਕਰ ਦਿੰਦੀ। ਮੁੱਕਦੀ ਗੱਲ, ਇਹ ਦੋਵੇਂ ਆਪੋ ਆਪਣੇ ਕੰਮਾਂ 'ਚ ਇਸ ਤਰ੍ਹਾਂ ਖੱਚਤ ਸਨ ਮਾਨੋ ਦੋਹਾਂ ਨੇ ਸਿਰ ਧੜ ਦੀ ਬਾਜੀ ਲਾਈ ਹੋਵੇ। ਰਮਿੰਦਰ ਦੀ ਹਾਲਤ ਵਧੇਰੇ ਤਰਸਯੋਗ ਸੀ। ਉਂਝ ਦੋਵੇਂ ਇੱਕ ਦੂਜੇ ਨੂੰ ਬਹੁਤ ਮਿਹਨਤ ਕਰਨੋਂ ਰੋਕਦੇ ਸੀ, ਪਰ ਕੋਈ ਕਿਸੇ ਦੇ ਆਖੇ ਨਹੀਂ ਸੀ ਲੱਗਦਾ ਤੇ ਨਤੀਜਾ ਅਖੀਰ ਉਹੀ ਹੋਇਆ ਜਿਹਦੀ ਆਸ ਸੀ। ਰਾਤ ਦੇ 11 ਵੱਜ ਚੁੱਕੇ ਸੀ। ਰਤਨੇ ਨੇ ਅਜੇ ਤੱਕ ਕਿਤਾਬਾਂ ਹੱਥੋਂ ਨਹੀਂ ਸੀ ਛੱਡੀਆਂ, ਪਰ ਅੱਜ ਅੱਗੇ ਵਾਂਗ ਉਹਦਾ ਦਿਲ ਪੜ੍ਹਾਈ ਲਿਖਾਈ 'ਚ ਨਹੀਂ ਸੀ ਲੱਗ ਰਿਹਾ। ਦੂਜੇ ਕਮਰੇ 'ਚੋਂ ਕਿਸੇ ਵੇਲੇ ਜਦ ਮਾੜੀ ਖੰਘਣ ਦੀ ਆਵਾਜ਼ ਆਉਂਦੀ ਤਾਂ ਨਾਲ ਹੀ ਰਤਨੇ ਨੂੰ ਯਾਦ ਕੀਤਾ ਹੋਇਆ ਸਬਕ ਭੁੱਲ ਜਾਂਦਾ। ਇਹ ਤੋਂ 2-3 ਰਾਤਾਂ ਪਹਿਲਾਂ ਵੀ ਉਹਨੇ ਟਾਵੀਂ ਖੰਘਣ ਦੀ ਆਵਾਜ਼ ਸੁਣਦੀ ਸੀ, ਜਿਹਨੂੰ ਉਹਨੇ ਸਧਾਰਨ ਜਿਸ ਤਰ੍ਹਾਂ ਐਵੇਂ ਬਾਜੇ ਵੇਲੇ ਕਿਸੇ ਨੂੰ ਖੰਘ ਆ ਜਾਂਦੀ ਖਿਆਲ ਕੀਤਾ। ਪਰ ਅੱਜ ਰਤਨੇ ਨੇ ਮਹਿਸੂਸ ਕੀਤਾ ਜਿਵੇਂ ਇਹ ਖੰਘ ਸਧਾਰਨ ਨਾਲੋਂ ਕੁਝ ਵਿਸ਼ੇਸ਼ਤਾ ਰੱਖਦੀ ਹੈ ਤੇ ਵਿਚਲਾ ਬੂਹਾ ਭੀੜਿਆ ਹੋਇਆ ਸੀ ਪਰ ਬੰਦ ਨਹੀਂ ਸੀ। ਉਸ ਦੀ ਝੀਤ 'ਚੋਂ ਰਤਨੇ ਨੇ ਵੇਖਿਆ ਕਿ ਉੱਧਰਲੇ ਕਮਰੇ ਦੀ ਬੱਤੀ ਬੁਝੀ ਹੋਈ ਸੀ। ਰਤਨੇ ਨੇ ਕਈ ਵਾਰੀ ਉੱਠਣ ਦੀ ਸਲਾਹ ਕੀਤੀ, ਫਿਰ ਇਹ ਸੋਚ ਕੇ ਬੈਠ ਜਾਂਦਾ ਅਤੇ ਰਮਿੰਦਰ ਦੀ ਨੀਂਦਰ ਖਰਾਬ ਹੋਵੇ। ਪਰ ਜਦੋਂ ਖਾਉਂ ਦੀ ਆਵਾਜ਼ ਪਹਿਲਾਂ ਨਾਲੋਂ ਵੀ ਵੱਧ ਗਿਣਤੀ 'ਚ ਆਉਣ ਲੱਗ ਪਈ ਤਾਂ ਰਤਨੇ ਨੂੰ ਯਕੀਨ ਹੋ ਗਿਆ ਇੰਨੀ ਖੰਘ ਦੇ ਹੁੰਦਿਆਂ ਕਿਸੇ ਨੂੰ ਨੀਂਦਰ ਨਹੀਂ ਆ ਸਕਦੀ। ਉਹਨੇ ਕਿਤਾਬਾਂ ਇੱਕ ਪਾਸੇ ਰੱਖਤੀਆਂ, ਮੰਜੇ ਤੋਂ ਦੱਬੇ ਪੈਰੀ ਉੱਠ ਕੇ ਰਮਿੰਦਰ ਦੇ ਕਮਰੇ 'ਚ ਜਾ ਪਹੁੰਚਿਆ। ਬੱਤੀ ਦਾ ਸਵਿੱਚ ਦਬਾਉਣ ਤੋਂ ਬਾਅਦ ਉਹਨੇ ਵੇਖਿਆ ਰਮਿੰਦਰ ਦੀਆਂ ਅੱਖਾਂ ਖੁੱਲ੍ਹੀਆਂ ਸੀ। ਕਿਉਂ ਰਤਨ? ਉਹਨੂੰ ਵੇਖਦਿਆਂ ਉੱਠ ਬੈਠੀ। ਤੂੰ ਸੁੱਤਾ ਨਹੀਂ ਅਜੇ? ਨਹੀਂ ਬੀਬੀ ਜੀ, ਕਹਿ ਕੇ ਉਹਨੇ ਕੁਰਸੀ ਵੱਲ ਹੱਥ ਵਧਾਇਆ, ਪਰ ਰਮਿੰਦਰ ਦੇ ਕਹਿਣ 'ਤੇ ਉਹਦੇ ਮੰਜੇ ਦੀ ਬਾਹੀ 'ਤੇ ਬੈਠ ਗਿਆ। ਕਿਉਂ? ਰਮਿੰਦਰ ਨੇ ਪੁੱਛਿਆ। ਤੁਹਾਨੂੰ ਖੰਘ ਆ ਰਹੀ ਹੈ ਬੀਬੀ ਜੀ? ਹਾਂ ਅੱਜ ਐਵੇਂ ਹੀ, ਪਰ ਕੋਈ ਗੱਲ ਨਹੀਂ। ਅੱਜ ਨਹੀਂ ਬੀਬੀ ਜੀ, 4ਵੇਂ-5ਵੇਂ ਦਿਨ ਤੋਂ ਰੋਜ਼ ਰਾਤੀ ਤੁਸੀਂ ਖੰਘਦੇ ਹੋ। ਨਹੀਂ ਰਤਨ, ਅਜਿਹੀ ਫਿਕਰ ਵਾਲੀ ਕੋਈ ਗੱਲ ਨਹੀਂ। ਰਤਨੇ ਦੀ ਨਜ਼ਰ ਰਮਿੰਦਰ ਦੀਆਂ ਅੱਖਾਂ 'ਤੇ ਪਈ, ਜਿਨ੍ਹਾਂ 'ਚ ਕੁਝ ਤਪਸ਼ ਜਿਹੀ ਦੀ ਝਲਕ ਸੀ। ਉਹਨੇ ਹੱਥ ਵਧਾ ਕੇ ਆਪਣੀਆਂ ਉਂਗਲਾਂ ਰਮਿੰਦਰ ਦੀ ਨਬਜ਼ 'ਤੇ ਰੱਖਤੀਆਂ। ਉਹਦੀ ਸ਼ੰਕਾ ਸੱਚੀ ਨਿਕਲੀ। ਰਮਿੰਦਰ ਨੂੰ ਚੋਖਾ ਬੁਖਾਰ ਸੀ। ਤੁਸੀਂ ਮੈਨੂੰ ਕਿਉਂ ਨਾ ਦੱਸਿਆ ਬੀਬੀ ਜੀ? ਰਤਨ ਦੀ ਆਵਾਜ਼ ਵਿੱਚ ਅਰਮਾਨ ਤੇ ਸ਼ਿਕਵਾ ਸੀ। ਕੋਈ ਐਡੀ ਤਕਲੀਫ ਨਹੀਂ ਸੀ ਰਤਨ, ਪਰ ਜਿੰਨੀ ਤਕਲੀਫ ਇਸ ਵੇਲੇ ਮੇਰੇ ਦਿਲ ਨੂੰ ਹੋ ਰਹੀ ਹੈ ਉਹਦਾ ਅੰਦਾਜ਼ਾ ਤੁਸੀਂ ਕਿਵੇਂ ਲਾ ਸਕਦੇ ਹੋ? ਤੁਸੀਂ ਮੇਰੇ ਨਾਲ ਇਨਸਾਫ ਨਹੀਂ ਕੀਤਾ ਰਤਨ। ਰਮਿੰਦਰ ਨੇ ਉਹਦਾ ਹੱਥ ਫੜ ਕੇ ਕਿਹਾ। ਮੈਂ ਮਾਫੀ ਮੰਗਦੀ ਹਾਂ। ਤੇ ਰਮਿੰਦਰ ਨੇ ਵੇਖਿਆ ਰਤਨ ਦੀਆਂ ਅੱਖਾਂ 'ਚ ਅੱਥਰੂ ਸਨ। ਝੱਲਿਆ, ਰਮਿੰਦਰ ਨੇ ਉਹਦੀ ਬਾਂਹ 'ਤੇ ਹੱਥ ਫੇਰਦਿਆਂ ਕਿਹਾ। ਐਵੇਂ ਹੀ ਜ਼ਰਾ ਜਿੰਨੀ ਗੱਲ 'ਤੇ ਅੱਖਾਂ ਭਰ ਲੈਣਾ ਹੈ, ਛੱਡ ਪਰੇ। ਅੱਥਰੂ ਢਲਕ ਪਏ। ਰਮਿੰਦਰ ਨੇ ਉਹਨਾਂ ਨੂੰ ਆਪਣੇ ਪੋਟਿਆਂ 'ਚ ਜਜ਼ਬ ਕਰ ਲਿਆ। ਉਹ ਸੋਚ ਰਹੀ ਸੀ ਕਿ ਉਹ ਰਤਨ ਹੈ ਜਿਹੜਾ ਇੱਕ ਦਿਨ ਅੱਥਰੂ ਲਿਆਉਣ ਦੀ ਦਵਾਈ ਲੱਭਦਾ ਫਿਰਦਾ ਸੀ। ਇੰਨੀ ਜਿੰਨੀ ਗਲਤੀ ਮਾਫ਼ ਨਹੀਂ ਕਰ ਸਕਦਾ ਰਤਨ। ਮੈਂ ਜੋ ਤੁਹਾਨੂੰ ਕਹਿੰਦਾ ਸੀ, ਰਤਨਾ ਖੰਗੂਰਾ ਮਾਰ ਕੇ ਬੋਲਿਆ। ਇੰਨੀ ਮਿਹਨਤ ਨਾ ਕਰਿਆ ਕਰੋ। ਛਿੱਕੜ ਉਹੀ ਗੱਲ ਹੋ ਗਈ ਨਾ। ਤੂੰ ਬਿਲਕੁਲ ਝੱਲਾ ਹੈ ਰਤਨ। ਭਲਾ ਇਹ ਵੀ ਕੋਈ ਬਿਮਾਰੀ ਹੈ? ਸਵੇਰ ਤੱਕ ਤੂੰ ਵੇਖੇਂਗਾ ਮੈਂ ਬਿਲਕੁਲ ਨਵੀਂ ਨਰੋਈ ਹੋਊਂਗੀ। ਰਤਨੇ ਦਾ ਦਿਲ ਕਹਿ ਰਿਹਾ ਸੀ ਪਰਮਾਤਮਾ ਕਰੇ ਐਸਾ ਹੀ ਹੋਵੇ, ਪਰ
ਉਹਦੇ ਪਰਮਾਤਮਾ ਨੇ ਐਸਾ ਕੀਤਾ ਨਹੀਂ। ਦਿਨ ਚੜ੍ਹਦਿਆਂ ਰਮਿੰਦਰ ਦਾ ਬੁਖਾਰ 105 ਡਿਗਰੀ ਤੱਕ ਜਾ ਪਹੁੰਚਿਆ। ਇਹ ਸਾਰੀ ਰਾਤ ਰਤਨੇ ਨੇ ਉਹਦਾ ਸਿਰ ਘੁੱਟਦਿਆਂ ਜਾਂ ਮੱਥੇ 'ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖਦਿਆਂ ਬਿਤਾਈ। ਡਾਕਟਰ ਨੂੰ ਸੱਦਿਆ ਗਿਆ। ਇਲਾਜ ਸ਼ੁਰੂ ਹੋਇਆ। ਦਵਾਈਆਂ ਜਿਉਂ-ਜਿਉਂ ਬਦਲ ਰਹੀਆਂ ਸੀ ਤੇ ਉਹ 'ਤੇ ਇਸ ਬੁਖਾਰ ਦੇ ਨਾਮ ਵੀ ਬਦਲ ਰਹੇ ਸੀ। ਮਲੇਰੀਆ, ਸ਼ੈਨ, ਫਲਾਈ, ਅੱਖੀ ਟਾਈਫਾਈਡ। ਰਤਨੇ ਨੂੰ ਪੜ੍ਹਾਈ ਲਿਖਾਈ ਸਭ ਭੁੱਲ ਗਈ। ਦਿਨ ਰਾਤ ਦੇ 24 ਘੰਟੇ ਰਮਿੰਦਰ ਦੇ ਮੰਜੇ ਪਾਸ ਬੀਤਦੇ। ਉਹਨੇ ਰਮਿੰਦਰ ਨੂੰ ਬਹੁਤ ਕਿਹਾ ਵੀ ਅੰਮ੍ਰਿਤਸਰ ਤਾਰ ਦਿੱਤੀ ਜਾਏ, ਨਹੀਂ ਤੇ ਚਿੱਠੀ ਲਿਖ ਦਿੱਤੀ ਜਾਏ, ਪਰ ਰਮਿੰਦਰ ਰਜ਼ਾਮੰਦ ਨਹੀਂ ਹੋਈ। ਪਤਾ ਨਹੀਂ ਕਿਉਂ। ਧੰਨਵਾਦ। ਚੱਲਦਾ।